ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ੍ਹ ਰਹੇ ਹਾਂ ਏਂਸ਼ੀਅੰਟ ਹਿਸਟਰੀ ਦੇ ਵਿੱਚ ਚੈਪਟਰ 5 ਜਿਹਦਾ ਨੇਮ ਹੈ ਗੁਪਤਾਸ ਏਜ ਜਾਣੀ ਕਿ ਗੁਪਤ ਕਾਲ। ਇਸ ਤੋਂ ਪਹਿਲਾਂ ਆਪਾਂ ਮੌਰਿਆ ਏਜ ਡਿਸਕਸ ਕੀਤੀ ਸੀ ਜਿਸ ਦੇ ਵਿੱਚ ਚੰਦਰਗੁਪਤ ਮੌਰਿਆ, ਬਿੰਦੂਸਾਰ ਤੇ ਅਸ਼ੋਕ ਦਾ ਰਾਜ ਰਿਹਾ ਸੀ। ਬ੍ਰਿਹਦਰਥ ਸੀ ਜੋ ਉਹ ਲਾਸਟ ਰੂਲਰ ਸੀ ਮੌਰਿਆ ਇੰਪਾਇਰ ਦਾ। ਪੁਸ਼ਯਮਿੱਤਰ ਹੈ ਜਿਹੜਾ ਉਹ ਬ੍ਰਿਹਦਰਥ ਦਾ ਕਤਲ ਕਰ ਦਿੰਦਾ ਹੈਗਾ ਜਿਸ ਦੇ ਨਾਲ ਮੌਰਿਆ ਇੰਪਾਇਰ ਦਾ ਐਂਡ ਹੋ ਜਾਂਦਾ ਹੈ ਤੇ ਮੌਰੀਅਨ ਇੰਪਾਇਰ ਡਾਊਨਫੋਲ ਚਲੀ ਜਾਂਦੀ ਹੈ, ਫੋਲ ਹੋ ਜਾਂਦਾ ਮੌਰਿਆ ਇੰਪਾਇਰ ਦਾ। ਕੌਣ ਕਰਦਾ ਹੈਗਾ? ਪੁਸ਼ਯਮਿੱਤਰ ਕਰਦਾ। ਠੀਕ ਹੈ, ਬ੍ਰਿਹਦਰਥ ਆਖਰੀ ਸ਼ਾਸਕ ਨੂੰ ਮਾਰ ਕੇ। ਪੁਸ਼ਯਮਿੱਤਰ ਅੱਗੇ ਸ਼ੁੰਗ ਵੰਸ਼ ਦੀ ਸ਼ੁਰੂਆਤ ਕਰਦਾ ਹੈ 184 BC ਦੇ ਵਿੱਚ। 112 ਸਾਲਾਂ ਤੱਕ ਇਸ ਦਾ ਰਾਜ ਰਹਿੰਦਾ ਮਗਧ ਦੇ ਵਿੱਚ। ਮਗਧ ਸੀ ਜੋ ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਸਟੇਟ ਸੀ ਇੰਡੀਆ ਦੇ ਵਿੱਚ। ਫੇਮਸ ਪੁਸ਼ਯਮਿੱਤਰ ਹੀ ਰਿਹਾ ਹੈਗਾ। ਸ਼ੁੰਗ ਡਾਇਨੈਸਟੀ ਦਾ ਜੋ ਫੇਮਸ ਕਿੰਗ ਹੈ ਉਹ ਪੁਸ਼ਯਮਿੱਤਰ ਹੀ ਰਿਹਾ ਹੈਗਾ। ਇਸਨੇ ਗ੍ਰੀਕਸ ਨੂੰ, ਯੂਨਾਨੀਆਂ ਨੂੰ ਹਰਾਇਆ। ਫੋਲੋ ਹਿੰਦੂ ਮਤ ਨੂੰ ਅਪਣਾਇਆ। ਸੰਸਕ੍ਰਿਤ ਭਾਸ਼ਾ ਸੀ ਜੋ ਇਹਦੀ ਉਹ ਕੋਰਟ ਲੈਂਗੁਏਜ ਹੁੰਦੀ ਸੀ ਸ਼ੁੰਗ ਡਾਇਨੈਸਟੀ ਦੀ। ਜੋ ਸ਼ੁੰਗ ਦਾ ਰਾਜ ਸੀ ਉਸ ਦੇ ਵਿੱਚ ਜੋ ਪੁਸ਼ਯਮਿੱਤਰ ਹੈ ਉਹਨੇ ਕਾਫੀ ਸਾਰੀਆਂ ਲੜਾਈਆਂ ਲੜੀਆਂ ਅਤੇ ਭਾਰਤ ਨੂੰ ਜੋ ਫੋਰਨ ਇਨਵੈਂਸ਼ਨਸ ਨੇ, ਫੋਰਨ ਹਮਲੇ ਨੇ ਉਹਨਾਂ ਤੋਂ ਬਚਾਇਆ ਤੇ ਭਾਰਤ ਹੈ ਜਿਹੜਾ ਉਹ ਫੋਰਨ ਰੂਲਰਸ ਦੇ ਅਧੀਨ ਹੋਣ ਤੋਂ ਬਚ ਗਿਆ। ਸ਼ੁੰਗ ਤੋਂ ਬਾਅਦ ਦੇਵਭੂਮੀ ਸੀ ਜੋ ਉਹ ਆਖਰੀ ਸ਼ਾਸਕ ਸੀਗਾ ਸ਼ੁੰਗ ਡਾਇਨੈਸਟੀ ਦਾ। ਵਾਸੁਦੇਵ ਹੈ ਜਿਹੜਾ ਉਹ ਦੇਵਭੂਮੀ ਨੂੰ ਹਰਾਉਂਦਾ ਹੈਗਾ ਤੇ ਸ਼ੁੰਗ ਇੰਪਾਇਰ ਦਾ ਐਂਡ ਕਰਦਾ ਹੈਗਾ। ਠੀਕ ਹੈ, ਵਾਸੁਦੇਵ ਵੱਲੋਂ ਹਰਾਇਆ ਜਾਂਦਾ ਹੈ ਕੌਣ? ਦੇਵਭੂਮੀ, ਜੋ ਕਿ ਸ਼ੁੰਗ ਡਾਇਨੈਸਟੀ ਦਾ ਆਖਰੀ ਸ਼ਾਸਕ ਸੀਗਾ। ਵਾਸੁਦੇਵ ਸ਼ੁੰਗ ਦਾ ਐਂਡ ਕਰਕੇ ਇੱਕ ਨਵੇਂ ਰਾਜ ਦੀ ਸਥਾਪਨਾ ਕਰਦਾ ਜਿਹਦਾ ਨੇਮ ਹੈ ਕੰਨਵ। 45 ਸਾਲ ਤੱਕ ਇਸ ਡਾਇਨੈਸਟੀ ਦਾ ਰਾਜ ਰਹਿੰਦਾ ਹੈਗਾ ਤੇ ਇਹ ਵੀ ਐਂਡ ਹੋ ਜਾਂਦੀ ਹੈ ਸਾਤਵਾਹਨ ਇੰਪਾਇਰ ਦੇ ਵੱਲੋਂ। ਠੀਕ ਹੈ, ਸਾਤਵਾਹਨ ਇੰਪਾਇਰ ਦਾ ਰੂਲਰ ਸੀ ਸਿਮੂਕ ਤੇ ਇਹ ਰਾਜ ਆਂਧਰਾ ਪ੍ਰਦੇਸ਼ ਦੇ ਵਿੱਚ ਸੀਗਾ 230 BC ਦੇ ਵਿੱਚ। ਇੰਡੀਆ ਦੇ ਵਿੱਚ ਕਾਫੀ ਸਾਰੇ ਫੋਰਨ ਰੂਲਰਸ ਨੇ ਵੀ ਰੂਲ ਕੀਤਾ ਜਿਵੇਂ ਕਿ ਗ੍ਰੀਕਸ, ਯੂਨਾਨੀ। ਇਹਦਾ ਪਾਵਰਫੁਲ ਰੂਲਰ ਮਿਨਾਡਰ ਸੀਗਾ। ਇਹਨਾਂ ਨੇ 200 ਸਾਲ ਤੱਕ ਰਾਜ ਕੀਤਾ। ਵਿਸਥਾਰ ਰਾਜ ਇਹਨਾਂ ਦਾ ਵੀ ਜੋ ਇੰਪਾਇਰ ਸੀ ਉਹ ਬਹੁਤ ਹੀ ਐਕਸਟੈਂਸਿਵ ਸੀਗਾ। ਤਾਂ ਆਪਾਂ ਨੇ ਇੱਥੋਂ ਕੀ ਓਵਰਵਿਊ ਲਿਆ ਹੈਗਾ ਵੀ ਜਦੋਂ ਮੌਰਿਆ ਇੰਪਾਇਰ ਦਾ ਡਿਕਲਾਈਨ ਹੋ ਜਾਂਦਾ ਹੈਗਾ, ਮੌਰਿਆ ਇੰਪਾਇਰ ਖਤਮ ਹੋ ਜਾਂਦਾ ਹੈ ਤਾਂ ਇੰਡੀਆ ਦੇ ਵਿੱਚ ਛੋਟੇ-ਛੋਟੇ ਰਾਜ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਜੋ ਵਾਤਾਵਰਨ ਹੈ ਭਾਰਤ ਦਾ ਉਸ ਦੇ ਵਿੱਚ ਰਾਜਨੀਤਿਕ ਅਸਥਿਰਤਾ ਸ਼ੁਰੂ ਹੋ ਜਾਂਦੀ ਹੈ। ਸਾਰੇ ਹੀ ਆਪਣੀਆਂ ਪਾਵਰਸ ਨੂੰ ਇਨਕਰੀਜ਼ ਕਰਨ ਤੇ ਲੱਗ ਜਾਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਫਿਰ ਇੱਕ ਇਹੋ ਜਿਹੀ ਕੰਡੀਸ਼ਨ ਆ ਜਾਂਦੀ ਹੈ ਵੀ ਜਿਹੜੇ ਛੋਟੇ-ਛੋਟੇ ਰੂਲਰਸ ਨੇ ਉਹ ਆਪਸ ਦੇ ਵਿੱਚ ਹੀ ਲੜੀ ਜਾਂਦੇ ਨੇ। ਕੋਈ ਵੀ ਮੇਨ ਸੈਂਟਰਲ ਇੰਡੀਆ ਤੇ ਫੋਕਸ ਨਹੀਂ ਕਰਦਾ ਹੈਗਾ ਤੇ ਨਾ ਹੀ ਪਬਲਿਕ ਵੈਲਫੇਅਰ ਦੇ ਬਾਰੇ ਸੋਚਿਆ ਜਾਂਦਾ ਹੈਗਾ। ਫੋਰਨਰਸ ਨੇ ਵੀ ਕਿੰਗਡਮ ਇਸਟੈਬਲਿਸ਼ ਕੀਤੇ ਕੁਝ ਹਿੱਸਿਆਂ ਦੇ ਵਿੱਚ ਭਾਰਤ ਦੇ, ਜਿਵੇਂ ਕਿ ਗ੍ਰੀਕਸ ਹੋ ਗਏ, ਇਰਾਨਸ ਹੋ ਗਏ। ਠੀਕ ਹੈ, ਫਰੋਮ ਦੈਟ ਕੁਸ਼ਨ ਡਾਇਨੈਸਟੀ ਆਫ ਨਾਰਥ ਜੋ ਉੱਤਰੀ ਭਾਰਤ ਦਾ ਕੁਸ਼ਾਨ ਰਾਜ ਸੀ ਅਤੇ ਦੱਖਣੀ ਭਾਰਤ ਦਾ ਸਾਤਵਾਹਨ। ਇਹ ਆਪਾਂ ਪਹਿਲਾਂ ਓਵਰਵਿਊ ਲੈ ਲਿਆ ਵੀ ਕਿਹੜੇ-ਕਿਹੜੇ ਰਾਜ ਆਪਣੇ ਕੋਲ ਆਏ ਮੌਰਿਆ ਇੰਪਾਇਰ ਤੋਂ ਬਾਅਦ। ਉਹਨਾਂ ਨੇ ਕੁਝ ਸਾਲ ਹੈ ਰਾਜ ਵੀ ਕੀਤਾ। ਠੀਕ ਹੈ, ਪਰ ਕਿਸੇ ਨੇ ਵੀ ਇੰਨੀ ਡਿਵੈਲਪਮੈਂਟ ਨਹੀਂ ਕੀਤੀ, ਕਿਸੇ ਨੇ ਵੀ ਪਬਲਿਕ ਵੈਲਫੇਅਰ ਦੇ ਬਾਰੇ ਨਹੀਂ ਸੋਚਿਆ ਹੈਗਾ। ਉਹ ਸਿਰਫ ਆਪਣੀ ਪਾਵਰ ਨੂੰ ਇਨਕਰੀਜ਼ ਕਰਨ ਤੇ ਹੀ ਆਪਸ ਵਿੱਚ ਲੜਾਈਆਂ ਕਰਦੇ ਰਹੇ। ਫਿਰ ਇਹਨਾਂ ਸਾਰਿਆਂ ਤੋਂ ਬਾਅਦ ਚੌਥੀ ਸਦੀ ਦੇ ਵਿੱਚ ਇਨ 4th ਸੈਂਚੁਰੀ ਆਉਂਦੀ ਹੈ ਆਪਣੇ ਕੋਲ ਗੁਪਤ ਇੰਪਾਇਰ ਜਾਣੀ ਕਿ ਗੁਪਤ ਸਾਮਰਾਜ। 240 BC ਦੇ ਵਿੱਚ ਸ਼੍ਰੀ ਗੁਪਤ ਵੱਲੋਂ ਇਸ ਡਾਇਨੈਸਟੀ ਦੀ ਇਸਟੈਬਲਿਸ਼ਮੈਂਟ ਕੀਤੀ ਜਾਂਦੀ ਹੈ, ਸਥਾਪਨਾ ਕੀਤੀ ਜਾਂਦੀ ਹੈ। ਉਹ 240 ਤੋਂ 280 BC ਤੱਕ ਰਾਜ ਕਰਦੇ ਨੇ। ਸ਼੍ਰੀ ਗੁਪਤ ਤੋਂ ਬਾਅਦ ਆਉਂਦੇ ਨੇ ਆਪਣੇ ਕੋਲ ਘਟੋਤਕਚ। ਠੀਕ ਹੈ, ਇਹ ਵੀ ਥੋੜਾ ਟਾਈਮ ਰੂਲ ਕਰਦੇ ਨੇ ਪਰ ਜੋ ਇਹ ਦੋਵੇਂ ਰੂਲਰ ਸੀਗੇ ਗੁਪਤ ਇੰਪਾਇਰ ਦੇ, ਇਹ ਕਿਸੇ ਦੇ ਅਧੀਨ ਰਹਿ ਕੇ ਰਾਜ ਕਰਦੇ ਸੀ। ਮਤਲਬ ਇਹਨਾਂ ਨੇ ਇੰਡੀਪੈਂਡੈਂਸ ਆਪਣੀ ਸਟੇਟ ਨੂੰ ਨਹੀਂ ਦਿਵਾਈ, ਸੁਤੰਤਰਤਾ ਐਲਾਨ ਇਹਨਾਂ ਨੇ ਨਹੀਂ ਕੀਤੀ ਹੈਗੀ। ਇਹਨਾਂ ਨੇ ਜਸਟ ਆਪਣੇ ਏਰੀਏ ਨੂੰ ਇੱਕ ਨੇਮ ਦਿੱਤਾ ਗੁਪਤ ਇੰਪਾਇਰ, ਬਟ ਇਹ ਕਿਸੇ ਦੇ ਅੰਡਰ ਹੋ ਕੇ ਹੀ ਆਪਣੇ ਏਰੀਆਜ਼ ਨੂੰ ਅੱਗੇ ਵਧਾ ਰਹੇ ਸੀ।
घटोत्कच ਦੇ ਅੱਗੇ ਪੁੱਤਰ ਹੁੰਦੇ ਨੇ ਚੰਦਰਗੁਪਤ I ਜਾਣੀ ਕਿ ਚੰਦਰਗੁਪਤ ਪਹਿਲਾ। ਇਹ 320 BC ਦੇ ਵਿੱਚ ਗੱਦੀ ਤੇ ਬੈਠਦੇ ਨੇ। ਗੁਪਤ ਏਜ ਦੇ ਸ਼ਕਤੀਸ਼ਾਲੀ ਸ਼ਾਸਕ ਮੰਨੇ ਜਾਂਦੇ ਹਨ। ਇਨਕਰੀਜ਼ਡ ਪਾਵਰ ਆਫ ਦ ਇੰਪਾਇਰ ਟੂ ਗ੍ਰੇਟ ਐਕਸਟੈਂਟ, ਇਹਨਾਂ ਨੇ ਆਪਣੇ ਸਾਮਰਾਜ ਦੀ ਤਾਕਤ ਨੂੰ ਬਹੁਤ ਵਧਾਇਆ ਤੇ ਇਹ ਪਹਿਲੇ ਗੁਪਤ ਸ਼ਾਸਕ ਸੀ ਜਿਨ੍ਹਾਂ ਨੇ ਸੁਤੰਤਰਤਾ ਦਾ ਐਲਾਨ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੀ ਗੁਪਤ ਤੇ ਘਟੋਤਕਚ ਉਹ ਕਿਸੇ ਦੇ ਅੰਦਰ ਰਹਿ ਕੇ ਰੂਲ ਕਰ ਰਹੇ ਸੀ, ਉਹਨਾਂ ਦਾ ਇੰਡੀਪੈਂਡੈਂਟ ਰਾਜ ਨਹੀਂ ਸੀਗਾ। ਸੋ ਇਹ ਕਿਸ ਨੇ ਕੀਤਾ? ਚੰਦਰਗੁਪਤ ਫਸਟ ਨੇ ਕੀਤਾ, ਆਪਣੇ ਰਾਜ ਨੂੰ ਇੰਡੀਪੈਂਡੈਂਸ ਐਲਾਨ ਕਰਕੇ, ਸੁਤੰਤਰਤਾ ਦਾ ਐਲਾਨ ਕਰਕੇ। ਤਾਂ ਉਹਨਾਂ ਨੇ ਅੱਗੇ ਮੈਰਿਜ ਕਰਵਾਈ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਦੇ ਨਾਲ, ਠੀਕ ਹੈ, ਤੇ ਆਪਣੇ ਰਾਜ ਦਾ ਵਿਸਥਾਰ ਕੀਤਾ ਮਗਧ, ਬਿਹਾਰ, ਉੜੀਸਾ, ਇਲਾਹਾਬਾਦ ਨੂੰ ਜਿੱਤ ਕੇ ਇਹਨਾਂ ਸਾਰੇ ਏਰੀਆਜ਼ ਨੂੰ ਆਪਣੀ ਬਾਉਂਡਰੀਜ਼ ਦੇ ਵਿੱਚ ਐਡ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਤੇ ਇਹ ਫਸਟ ਗੁਪਤ ਰਾਜਾ ਸੀ ਜਿਨੇ ਮਹਾਰਾਜਾ ਧੀਰਾਜ ਦਾ ਟਾਈਟਲ ਅਡਾਪਟ ਕੀਤਾ। ਮਹਾਰਾਜਾ ਧੀਰਾਜ ਦੀ ਉਪਾਧੀ ਇਸਨੇ ਧਾਰਨ ਕੀਤੀ ਸੀ। ਰਿਗਾਰਡਡ ਐਜ਼ ਦ ਰੀਅਲ ਫਾਊਂਡਰ ਆਫ ਗੁਪਤ ਡਾਇਨੈਸਟੀ, ਇਸ ਨੂੰ ਹੀ ਅਸਲ ਮੋਢੀ ਮੰਨਿਆ ਜਾਂਦਾ ਹੈ ਗੁਪਤ ਡਾਇਨੈਸਟੀ ਦਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਵੀ ਸ਼ਾਸਕ ਹੋਏ ਸੀ ਉਹ ਇੰਡੀਪੈਂਡੈਂਸ ਨਹੀਂ ਦੇ ਸਕੇ ਤੇ ਇਸ ਨੇ ਹੀ ਐਲਾਨ ਕੀਤੀ। ਦੈਟਸ ਵਾਈ ਚੰਦਰਗੁਪਤ ਫਸਟ ਇਜ਼ ਦ ਰੀਅਲ ਫਾਊਂਡਰ ਆਫ ਗੁਪਤਾ ਡਾਇਨੈਸਟੀ। ਚੰਦਰਗੁਪਤ ਤੋਂ ਬਾਅਦ ਆਉਂਦੇ ਨੇ ਸਮੁੰਦਰ ਗੁਪਤ। ਇਹਨਾਂ ਦਾ ਰਾਜ ਚੱਲਦਾ ਹੈ 335 ਤੋਂ 375 ਈਸਾ ਪੂਰਵ ਤੱਕ। ਇਹ ਚੰਦਰਗੁਪਤ ਫਸਟ ਦੇ ਪੁੱਤਰ ਨੇ ਸਮੁੰਦਰ ਗੁਪਤ। ਇਹਨਾਂ ਨੂੰ ਇੰਡੀਅਨ ਨੈਪੋਲੀਅਨ ਕਿਹਾ ਗਿਆ ਹੈਗਾ, ਜਾਣੀ ਕਿ ਭਾਰਤ ਦਾ ਨੈਪੋਲੀਅਨ ਕਿਹਾ ਗਿਆ ਹੈਗਾ, ਕਿਉਂਕਿ ਸਮੁੰਦਰ ਗੁਪਤ ਵੀ ਆਪਣੇ ਪਿਤਾ ਦੇ ਵਾਂਗੂ ਪਾਵਰਫੁਲ ਰੂਲਰ ਸੀਗੇ। ਉਹ ਜੋ ਵੀ ਲੜਾਈ ਲੜਦੇ ਸੀ ਮੋਸਟਲੀ ਉਹਨਾਂ ਦੀ ਵਿਨਿੰਗ ਹੀ ਹੁੰਦੀ ਸੀ, ਠੀਕ ਹੈ। ਉਹਨਾਂ ਦੀਆਂ ਇੰਨੀਆਂ ਸਾਰੀਆਂ ਜਿੱਤਾਂ ਕਰਕੇ ਉਹਨਾਂ ਨੂੰ ਇੱਕ ਨੇਮ ਦਿੱਤਾ ਗਿਆ ਇੰਡੀਅਨ ਨੈਪੋਲੀਅਨ, ਠੀਕ ਹੈ। ਕੁਐਸਚਨ ਆ ਜਾਂਦਾ ਹੈ ਵੀ ਕਿਸ ਗੁਪਤ ਰੂਲਰ ਨੂੰ ਇੰਡੀਅਨ ਨੈਪੋਲੀਅਨ ਕਿਹਾ ਗਿਆ ਹੈਗਾ, ਤਾਂ ਆਨਸਰ ਹੈਗਾ ਆਪਣੇ ਕੋਲ ਸਮੁੰਦਰ ਗੁਪਤ। ਐਂਡ ਰੀਅਲ ਫਾਊਂਡਰ ਕਿਸ ਨੂੰ ਕਿਹਾ ਜਾਂਦਾ ਹੈਗਾ? ਚੰਦਰਗੁਪਤ ਫਸਟ ਨੂੰ, ਠੀਕ ਹੈ। ਬਟ ਇਸਟੈਬਲਿਸ਼ ਕਿਹਨੇ ਕੀਤਾ ਸੀਗਾ? ਸ਼੍ਰੀ ਗੁਪਤ ਨੇ। ਇਹ ਸਾਰੇ ਪੁਆਇੰਟਸ ਆਪਾਂ ਨੇ ਮਾਈਂਡ ਦੇ ਵਿੱਚ ਰੱਖਣੇ ਨੇ। We came to know about his winnings from Allahabad pillar in inscription composed by his court poet Hari Sena। ਹੁਣ ਹਰੀ ਸੈਨਾ ਸੀ ਜਿਹੜਾ ਇਹ ਸਮੁੰਦਰ ਗੁਪਤ ਦਾ ਕੋਟ ਪੁਆਇਟ ਸੀਗਾ, ਉਸਦੇ ਕੋਟ ਦਾ ਇਹ ਕਵੀ ਹੁੰਦਾ ਸੀ। ਤਾਂ ਇਸ ਨੇ ਇਲਾਹਾਬਾਦ ਵਿਖੇ ਇੱਕ ਸਤੰਭ ਬਣਾਇਆ ਸੀ ਜਿਸ ਦੇ ਉੱਤੇ ਉਸਨੇ ਸਮੁੰਦਰ ਗੁਪਤ ਦੀ ਇਨਫੋਰਮੇਸ਼ਨ ਲਿਖੀ ਸੀ, ਉਹਦੀਆਂ ਜੋ ਵੀ ਜਿੱਤਾਂ ਸੀ, ਉਸਦਾ ਰਾਜ ਕਿਹੋ ਜਿਹਾ ਸੀ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਦੀ ਸੀ, ਉਹ ਸਾਰਾ ਕੁਝ ਉਸਨੇ ਇਲਾਹਾਬਾਦ ਦੇ ਪਿੱਲਰ ਤੇ ਇਨਸਕ੍ਰਿਪਟ ਕਰਵਾਇਆ। ਉਸਨੇ ਆਪ ਹੀ ਇਹ ਕੰਪੋਜ਼ਡ ਕੀਤਾ। ਸੋ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਵੀ ਹਰੀ ਸੈਨਾ ਸੀ ਉਹ ਕਿਸ ਦੇ ਕੋਟ ਦਾ ਪੁਆਇਟ ਸੀ? ਸਮੁੰਦਰ ਗੁਪਤ ਦਾ। ਹਰੀ ਸੈਨਾ ਨੇ ਸਮੁੰਦਰ ਗੁਪਤ ਨੂੰ ਹੀਰੋਜ਼ ਆਫ 100 ਬੈਟਲਸ ਕਿਹਾ, ਕਿਉਂਕਿ ਉਹ ਜੋ ਵੀ ਲੜਾਈ ਲੜਦਾ ਸੀ ਉਹਦੇ ਵਿੱਚ ਮੋਸਟਲੀ ਉਹਦੀ ਵਿਨਿੰਗ ਹੀ ਹੁੰਦੀ ਸੀ, ਜਿੱਤ ਪ੍ਰਾਪਤ ਕਰਕੇ ਹੀ ਉਹ ਆਉਂਦਾ ਸੀ। He expanded his empire from ਬ੍ਰਹਮਪੁੱਤਰ to ਚਾਂਬਲ। ਬ੍ਰਹਮਪੁੱਤਰਾ ਈਸਟਰਨ ਸਾਈਡ ਦੇ ਵਿੱਚ ਰੀਵਰ ਹੈ, ਠੀਕ ਹੈ। ਉਸਨੇ ਬ੍ਰਹਮਪੁੱਤਰਾ ਤੋਂ ਚਾਂਬਲ ਤੱਕ ਆਪਣਾ ਜਿਹੜਾ ਰਾਜ ਸੀ ਉਸਦਾ ਵਿਸਥਾਰ ਕਰ ਲਿਆ ਸੀ। ਉਸਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਗੁਪਤ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ, ਠੀਕ ਹੈ। ਇਸ ਤੋਂ ਪਹਿਲਾਂ ਗੁਪਤ ਇੰਪਾਇਰ ਦੀ ਇੰਨੀ ਟੈਰੀਟਰੀ ਨਹੀਂ ਸੀ, ਬਟ ਸਮੁੰਦਰ ਗੁਪਤ ਨੇ ਟੈਰੀਟਰੀਅਲ ਏਰੀਆ ਸੀ ਜਿਹੜਾ ਉਹ ਇਨਕਰੀਜ਼ ਕੀਤਾ ਕਾਫੀ ਸਾਰੀਆਂ ਵਾਰਸ ਲੜ ਕੇ। ਉਸ ਦੀਆਂ ਜਿੱਤਾਂ ਕਿਹੜੀਆਂ ਸੀ? ਉੱਤਰੀ ਭਾਰਤ ਦੇ ਏਰੀਆਜ਼ ਨੂੰ ਕਨਕੁਐਸਟ ਕੀਤਾ, ਸਦਰਨ ਇੰਡੀਆ ਨੂੰ, ਫੋਰੈਸਟ ਟ੍ਰਾਈਬਸ ਨੂੰ ਵੀ, ਜੋ ਜੰਗਲੀ ਜਾਤੀਆਂ ਸੀ ਉਹਨਾਂ ਨਾਲ ਵੀ ਲੜਾਈ ਲੜ ਕੇ ਉਹਨਾਂ ਦੇ ਏਰੀਆ ਆਪਣੇ ਅੰਡਰ ਕੀਤੇ। ਤੇ ਫਰੰਟੀਅਰ ਸਟੇਟ ਜੋ ਸਰਹੱਦੀ ਇਲਾਕੇ ਸੀ, ਰਿਪਬਲਿਕਨ ਸਟੇਟ ਸੀ ਜਿਨ੍ਹਾਂ ਨੇ ਆਪਣੀ ਆਲਰੇਡੀ ਇੰਡੀਪੈਂਡੈਂਸ ਐਲਾਨ ਕੀਤੀ ਹੋਈ ਸੀ, ਸੁਤੰਤਰਤਾ ਐਲਾਨ ਕੀਤੀ ਹੋਈ ਸੀ, ਠੀਕ ਹੈ, ਉਹ ਵੀ ਆਪਣੇ ਆਪ ਹੀ ਸਮੁੰਦਰ ਗੁਪਤ ਦੇ ਅੰਡਰ ਆ ਚੁੱਕੇ ਸੀ। ਸੋ ਇਹ ਸੀ ਸਮੁੰਦਰ ਗੁਪਤ ਦਾ ਟਾਈਮ ਪੀਰੀਅਡ। ਇਹ ਅਲੱਗ-ਅਲੱਗ ਕੰਮ ਉਸਨੇ ਆਪਣੇ ਰਾਜ ਦੇ ਵਿੱਚ
ਕੀਤੇ। ਕੀ ਇੰਪੋਰਟੈਂਟ ਕੀ ਸੀਗਾ, ਬਸ ਟੈਰੀਟਰੀ ਦੇ ਵਿੱਚ ਇਹਨੇ ਇਨਕਰੀਜ਼ ਕਰਵਾਇਆ। ਸਮੁੰਦਰਗੁਪਤ ਤੋਂ ਬਾਅਦ ਆਉਂਦੇ ਨੇ ਆਪਣੇ ਕੋਲ ਚੰਦਰਗੁਪਤ 2, ਚੰਦਰਗੁਪਤ ਦੂਜਾ। 375 ਤੋਂ 415 BC ਤੱਕ ਇਹਨਾਂ ਨੇ ਰਾਜ ਕੀਤਾ। ਇਹ ਸਮੁੰਦਰਗੁਪਤ ਦੇ ਪੁੱਤਰ ਸੀ। ਅਡਾਪਟਡ ਦ ਟਾਈਟਲ ਵਿਕਰਮ ਅਦਿੱਤਿਆ, ਵਿਕਰਮ ਅਦਿੱਤਿਆ ਦੀ ਉਪਾਧੀ ਲਈ ਸੀ। ਚੰਦਰਗੁਪਤ ਫਸਟ ਨੇ ਮਹਾਰਾਜਾ ਦੀ ਰਾਜ ਦਾ ਟਾਈਟਲ ਲਿਆ ਤੇ ਚੰਦਰਗੁਪਤ 2 ਨੇ ਵਿਕਰਮ ਅਦਿੱਤਿਆ ਦਾ। ਇਸ ਨੇ ਵੀ ਇੰਪਾਇਰ ਦੀ ਐਕਸਟੈਂਸ਼ਨ ਕਰਵਾਈ। ਮਾਲਵਾ, ਗੁਜਰਾਤ, ਕਾਠੀਆਵਾੜ, ਬਲਖ, ਵੰਗ ਨੇਮ ਦੇ ਏਰੀਆਜ਼ ਨੂੰ ਜਿੱਤ ਕੇ ਆਪਣੇ ਇੰਪਾਇਰ ਨੂੰ ਐਕਸਟੈਂਡ ਕੀਤਾ। ਮੈਟਰੀਮੋਨੀਅਲ ਰਿਲੇਸ਼ਨਸ, ਉਸ ਨੇ ਜੋ ਵਿਆਹ ਦੇ ਸੰਬੰਧ ਸੀ ਉਹ ਵੱਡੀਆਂ ਵੱਡੀਆਂ ਡਾਇਨੈਸਟੀਜ਼ ਦੇ ਨਾਲ ਹੀ ਜੋੜੇ। ਜਿਵੇਂ ਉਸਨੇ ਆਪਣਾ ਵਿਆਹ ਨਾਗ ਡਾਇਨੈਸਟੀ ਦੇ ਸ਼ਾਸਕ ਦੀ ਪੁੱਤਰੀ ਕੁਬੇਰ ਨਾਗ ਦੇ ਨਾਲ ਕਰਵਾਇਆ ਤੇ ਆਪਣੀ ਡਾਟਰ ਦਾ ਵੀ ਵਿਆਹ ਵਕਾਟਕ ਰੂਲਰ ਦੇ ਨਾਲ ਕਰਵਾਇਆ, ਜੋ ਕਿ ਇੱਕ ਫੇਮਸ ਡਾਇਨੈਸਟੀ ਹੁੰਦੀ ਸੀ। ਉਸਨੇ ਇਹ ਚੀਜ਼ ਦੀ ਐਡਵਾਂਟੇਜ ਉਠਾਈ। ਅੱਗੇ ਜਾ ਕੇ ਇਹਨਾਂ ਦੇ ਰੂਲਰਸ ਦੀ ਡੈਥ ਹੋ ਜਾਂਦੀ ਹੈ ਤੇ ਇਹਦਾ ਸਾਰਾ ਕੰਟਰੋਲ ਕੌਣ ਲੈ ਲੈਂਦਾ ਹੈਗਾ, ਚੰਦਰਗੁਪਤ 2 ਲੈ ਲੈਂਦਾ। ਤਾਂ ਮੈਟਰੀਮੋਨੀਅਲ ਰਿਲੇਸ਼ਨਸ ਦੇ ਵਿੱਚ ਵੀ ਉਹ ਆਪਣੇ ਇੰਪਾਇਰ ਨੂੰ ਹੀ ਡਿਵੈਲਪ ਕਰਨ ਦੀ ਸੋਚਦਾ ਸੀ। ਠੀਕ ਹੈ। ਸਮੁੰਦਰਗੁਪਤ ਤੋਂ ਬਾਅਦ ਆਉਂਦੇ ਨੇ ਆਪਣੇ ਕੋਲ ਕੁਮਾਰਗੁਪਤ। ਇਹਨਾਂ ਦਾ ਰਾਜ 415 ਤੋਂ 455 BC ਤੱਕ ਰਹਿੰਦਾ ਹੈਗਾ। ਇਹਨਾਂ ਨੇ ਨਾਲੰਦਾ ਯੂਨੀਵਰਸਿਟੀ ਦੀ ਫਾਊਂਡੇਸ਼ਨ ਕੀਤੀ ਸੀ, ਮਤਲਬ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਪੁਆਇੰਟ that who found the Nalanda University, ਕੌਣ ਸੀ, ਕੁਮਾਰਗੁਪਤਾ। ਤੇ ਇਹ ਚੰਦਰਗੁਪਤ ਫਸਟ ਦੇ ਪੁੱਤਰ ਸੀਗੇ, ਸੈਕਿੰਡ ਦੇ ਨਹੀਂ, ਫਸਟ ਦੇ। ਇਹਨਾਂ ਨੂੰ ਕਾਫੀ ਟਾਈਮ ਬਾਅਦ ਮੌਕਾ ਮਿਲਿਆ ਸੀਗਾ ਰਾਜਗੱਦੀ ਤੇ ਬੈਠਣ ਦਾ। ਕੁਮਾਰਗੁਪਤ ਤੋਂ ਬਾਅਦ ਆਉਂਦੇ ਨੇ ਸਕੰਦਗੁਪਤ। ਠੀਕ ਹੈ। ਸੋ ਇਹ ਜਿਹੜੇ ਲਾਸਟ ਰੂਲਰਸ ਨੇ ਇਹਨਾਂ ਨੇ ਆਪਣੀ ਇੰਪਾਇਰ ਵਾਸਤੇ ਅਚੀਵਮੈਂਟਸ ਕੋਈ ਖਾਸ ਪ੍ਰਾਪਤ ਨਹੀਂ ਸੀ ਕੀਤੀਆਂ। ਠੀਕ ਹੈ। ਸਕੰਦਗੁਪਤ ਦੀ ਮੌਤ ਤੋਂ ਬਾਅਦ ਜਿਹੜੇ ਵੀ ਰਾਜੇ ਹੋਏ ਉਹ ਸਾਰੇ ਅਯੋਗ ਨਿਕਲੇ। ਠੀਕ ਹੈ। ਤੇ ਗੁਪਤ ਸਾਮਰਾਜ ਵੀ ਕੀ ਹੋ ਗਿਆ, ਖੇਰੂ ਖੇਰੂ ਹੋ ਗਿਆ, ਉਹਨਾਂ ਦੇ ਵਿੱਚ ਡਿਵੀਜ਼ਨ ਆ ਚੁੱਕੀ ਸੀ। ਠੀਕ ਹੈ। ਹੁਣ ਰੀਜ਼ਨਸ ਕੀ ਨੇ ਡਾਊਨਫਾਲ, ਗੁਪਤ ਇੰਪਾਇਰ ਡਾਊਨਫਾਲ ਹੋਣ ਦੇ ਰੀਜ਼ਨਸ ਕੀ ਨੇ? ਵੀਕ ਸਕਸੈਸਰਸ, ਕਮਜ਼ੋਰ ਉੱਤਰਾਧਿਕਾਰੀ। ਸਕੰਦਗੁਪਤ ਤੋਂ ਬਾਅਦ ਜੋ ਵੀ ਅਧਿਕਾਰੀ ਹੋਏ ਉਹਨਾਂ ਨੇ ਸਿਰਫ ਆਪਣੇ ਬਾਰੇ ਹੀ ਸੋਚਿਆ, ਉਹਨਾਂ ਨੇ ਸਮਰਾਜ ਦੀ ਡਿਵੈਲਪਮੈਂਟ ਬਾਰੇ ਕੁਝ ਰੂਲਸ ਜਾਂ ਲਾਜ਼ ਵਗੈਰਾ ਨਹੀਂ ਸੋਚੇ ਹੈਗੇ। ਵੀਕਨੈਸ ਆਫ ਆਰਮੀ, ਸੈਨਾ ਦਾ ਕਮਜ਼ੋਰ ਹੋਣਾ ਵੀ ਇੱਕ ਰੀਜ਼ਨ ਸੀਗਾ, ਕਿਉਂਕਿ ਜਿਹੜੇ ਅੱਗੇ ਰਾਜੇ ਹੋਏ ਉਹ ਧਿਆਨ ਦੇ ਹੀ ਨਹੀਂ ਸੀ ਰਹੇ ਵੀ ਉਹਨਾਂ ਦੇ ਰਾਜ ਦੇ ਵਿੱਚ ਕੀ ਹੋ ਰਿਹਾ, ਉਹ ਸਿਰਫ ਆਪਣੇ ਹੀ ਸ਼ੌਂਕ ਪੂਰੇ ਕਰ ਰਹੇ ਸੀ। ਇੰਟਰਨਲ ਰਿਵੋਲਟਸ, ਅੰਦਰੂਨੀ ਬਗਾਵਤਾਂ। ਜਦੋਂ ਅੱਗੇ ਸਕਸੈਸਰ ਚੁਣੇ ਜਾਂਦੇ ਸੀ ਤਾਂ ਰਾਜਾ ਚੁਣਨ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਹੁੰਦੀਆਂ ਸੀ। ਸੋ ਇੰਟਰਨਲ ਰਿਵੋਲਟ ਦਾ ਵੀ ਗੁਪਤ ਇੰਪਾਇਰ ਸ਼ਿਕਾਰ ਬਣ ਚੁੱਕਿਆ ਸੀ। ਫਾਈਨੈਂਸ਼ੀਅਲ ਕ੍ਰਾਈਸਿਸ, ਆਰਥਿਕ ਸੰਕਟ ਵੀ ਇੱਕ ਰੀਜ਼ਨ ਹੈ। ਐਂਡ ਸਭ ਤੋਂ ਇੰਪੋਰਟੈਂਟ ਹੁਨਾਜ਼ ਇਨਵੈਂਸ਼ਨ, ਹੁਣਾ ਦੇ ਹਮਲੇ ਕਰਕੇ ਜੋ ਗੁਪਤ ਇੰਪਾਇਰ ਸੀ ਉਹ ਪੂਰਾ ਦਾ ਪੂਰਾ ਖਤਮ ਹੋ ਚੁੱਕਿਆ ਸੀ, ਕਿਉਂਕਿ ਆਰਮੀ ਆਲਰੇਡੀ ਵੀਕ ਹੋ ਚੁੱਕੀ ਸੀ, ਕੋਈ ਗਾਈਡ ਕਰਨ ਵਾਲਾ ਨਹੀਂ ਸੀ ਕਿੰਗ, ਕੋਈ ਫੈਸਿਲਿਟੀਜ਼ ਉਹਨਾਂ ਨੇ ਨਹੀਂ ਸੀ ਪ੍ਰੋਵਾਈਡ ਕੀਤੀਆਂ ਆਪਣੀ ਇੰਪਾਇਰ ਦੇ ਲੋਕਾਂ ਨੂੰ। ਸੋ ਇਹ ਆਬਵੀਅਸ ਸੀਗਾ ਵੀ ਬਾਹਰੋਂ ਤਾਂ ਇਨਵੈਂਸ਼ਨਸ ਹੋਣੇ ਹੀ ਸੀਗੇ। ਸੋ ਇਹ ਕਿਹਨਾਂ ਨੇ ਕੀਤਾ, ਹੁਣਾ ਨੇ ਕੀਤਾ। ਠੀਕ ਹੈ। ਜਦੋਂ ਜਿਹੜਾ ਸੈਂਟਰ ਹੈ ਉਹ ਹੀ ਵੀਕ ਹੋ ਚੁੱਕਿਆ ਸੀ ਗੁਪਤ ਇੰਪਾਇਰ ਦਾ, ਸੋ ਉਹ ਬਹੁਤ ਈਜ਼ੀ ਸੀ ਉਹਨਾਂ ਨੂੰ ਐਂਡ ਕਰਨਾ, ਉਹਨਾਂ ਦਾ ਖਾਤਮਾ ਕਰਨਾ ਬਹੁਤ ਹੀ ਈਜ਼ੀ ਹੋ ਚੁੱਕਿਆ ਸੀ। ਇਸ ਯੁੱਗ ਦੇ ਵਿੱਚ ਕਾਲੀਦਾਸ ਹੋਏ। ਠੀਕ ਹੈ। ਕਾਲੀਦਾਸ ਇੱਕ ਫੇਮਸ ਕਵੀ ਨੇ। ਆਰਿਆ ਭੱਟਾ ਜੋ ਕਿ ਮੈਥਮੈਟਿਕਸ ਦੇ ਲਈ ਜਾਣੇ ਜਾਂਦੇ ਨੇ, ਇਹਨਾਂ ਨੇ ਜ਼ੀਰੋ ਇਨਵੈਂਟ ਕੀਤੀ ਸੀ, ਇਹ ਇੰਡੀਅਨ ਨੇਗੇ, ਇਹ ਵੀ ਗੁਪਤ ਏਜ ਦੇ ਵਿੱਚ ਹੀ ਹੋਏ। ਤੇ ਵੈਰੀ ਇੰਪੋਰਟੈਂਟ, ਜੋ ਇੰਡੀਆ ਦੇ ਵਿੱਚ ਗੁਪਤ ਏਜ ਰਹੀ ਹੈ ਉਸ ਨੂੰ ਗੋਲਡਨ ਏਜ ਕਿਹਾ ਜਾਂਦਾ ਹੈਗਾ। ਕਿਉਂ ਕਿਹਾ ਜਾਂਦਾ ਹੈਗਾ ਸੁਨਹਿਰੀ ਯੁੱਗ ਗੁਪਤ ਕਾਲ ਨੂੰ ਭਾਰਤ ਦਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ
ਇਹਨਾਂ ਦੇ ਟਾਈਮ ਤੇ ਜੋ ਵੀ ਇਨੀਸ਼ੀਅਲ ਰੂਲਰ ਰਹੇ ਜਿਵੇਂ ਚੰਦਰਗੁਪਤ, ਸਮੁੰਦਰਗੁਪਤ, ਸ਼੍ਰੀ ਗੁਪਤ, ਚੰਦਰਗੁਪਤ 2, ਇਹਨਾਂ ਨੇ ਆਪਣੇ ਰਾਜ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ। ਉਸ ਟਾਈਮ ਤੇ ਪੋਲੀਟੀਕਲ ਯੂਨਿਟੀ ਵੀ ਸੀ, ਰਾਜਨੀਤਿਕ ਏਕਤਾ ਵੀ ਸੀ, ਠੀਕ ਹੈ, ਆਪਸ ਦੇ ਵਿੱਚ ਮਤਭੇਦ ਨਹੀਂ ਸੀ। ਉਹ ਕਦੋਂ ਸ਼ੁਰੂ ਹੋਈ? ਜਦੋਂ ਲਾਸਟ ਟਾਈਮ ਆ ਗਿਆ ਗੁਪਤੇਜ ਦਾ, ਲਾਸਟ ਦੇ ਵਿੱਚ ਵੀਕ ਰੂਲਰਸ ਆ ਚੁੱਕੇ ਸੀ ਉਸ ਟਾਈਮ ਤੇ। ਗੁੱਡ ਐਡਮਿਨਿਸਟ੍ਰੇਸ਼ਨ ਸੀ, ਚੰਗਾ ਸ਼ਾਸਨ ਪ੍ਰਬੰਧ ਸੀ, ਠੀਕ ਹੈ। ਪ੍ਰੋਗਰੈਸ ਇਨ ਸਾਇੰਸ, ਵਿਗਿਆਨ ਦੇ ਵਿੱਚ ਉન્નਤੀ ਹੋਈ ਸੀ ਕਿਉਂਕਿ ਇਸ ਟਾਈਮ ਤੇ ਬਹੁਤ ਫੇਮਸ ਪਰਸਨੈਲਿਟੀਜ਼ ਨੇ ਜਨਮ ਲਿਆ। ਡਿਵੈਲਪਮੈਂਟ ਆਫ ਲਿਟਰੇਚਰ, ਸਾਹਿਤ ਦੀ ਉન્નਤੀ ਹੋਈ। ਸੰਸਕ੍ਰਿਤ ਲੈਂਗੁਏਜ, ਜਿਵੇਂ ਇਲਾਹਾਬਾਦ ਦੀ ਆਪਾਂ ਪੜ੍ਹ ਕੇ ਹਟੇ ਹਾਂ, ਇਲਾਹਾਬਾਦ ਪਿਲਰ ਦੀ ਇਨਸਕ੍ਰਿਪਸ਼ਨਸ, ਉਵੇਂ ਹੀ ਬਹੁਤ ਸਾਰੇ ਟੈਂਪਲਸ ਵਗੈਰਾ ਬਣਾਏ ਗਏ, ਉਹਨਾਂ ਤੇ ਹਿਸਟਰੀ ਦੀ ਨੌਲੇਜ ਲਿਖਵਾਈ ਗਈ, ਇਨਫੋਰਮੇਸ਼ਨ ਦਿੱਤੀ ਗਈ। ਪ੍ਰੋਗਰੈਸ ਇਨ ਸੋਸ਼ਲ ਫੀਲਡ, ਸਮਾਜਿਕ ਖੇਤਰ ਦੇ ਵਿੱਚ ਵੀ ਉન્નਤੀ ਹੋਈ। ਸਪਰੈਡ ਆਫ ਇੰਡੀਅਨ ਕਲਚਰ ਇਨ ਅਬਰੋਡ, ਜੋ ਆਪਣੇ ਭਾਰਤ ਦੀ ਸੰਸਕ੍ਰਿਤੀ ਹੈ ਉਸ ਦਾ ਵਿਦੇਸ਼ ਦੇ ਵਿੱਚ ਵੀ ਪ੍ਰਚਾਰ ਹੋਇਆ ਕਿਉਂਕਿ ਜੋ ਫੋਰਨ ਇਨਵੇਡਰਸ ਆਉਂਦੇ ਸੀ ਉਹ ਭਾਰਤ ਦੇ ਵਿੱਚ ਕੁਝ ਸਮਾਂ ਸਪੈਂਡ ਕਰਕੇ ਜਾਂਦੇ ਸੀ। ਜਦੋਂ ਉਹ ਇੱਥੇ ਰਹਿੰਦੇ ਸੀ ਉਹ ਕਾਫੀ ਸਾਰੀਆਂ ਚੀਜ਼ਾਂ ਸਿੱਖਦੇ ਸੀ ਭਾਰਤ ਤੋਂ, ਤਾਂ ਉਹੀ ਸੇਮ ਚੀਜ਼ ਉਹ ਆਪਣੇ ਏਰੀਆ ਦੇ ਵਿੱਚ ਜਾ ਕੇ, ਆਪਣੀ ਕੰਟਰੀ ਦੇ ਵਿੱਚ ਜਾ ਕੇ ਵੀ ਅਪਲਾਈ ਕਰਦੇ ਸੀ, ਜੋ ਵੀ ਉਹਨਾਂ ਨੂੰ ਚੀਜ਼ਾਂ ਵਧੀਆ ਲੱਗਦੀਆਂ ਸੀ। ਸੋ ਇਸ ਤਰੀਕੇ ਦੇ ਨਾਲ ਇੰਡੀਅਨ ਕਲਚਰ ਦਾ ਵੀ ਸਪਰੈਡ ਹੋਇਆ। ਰਿਵਾਈਵਲ ਆਫ ਹਿੰਦੂਇਜ਼ਮ, ਜੋ ਆਪਾਂ ਦੇਖਿਆ ਵੀ ਵੈਦਿਕ ਏਜ ਦੇ ਵਿੱਚ, ਲੇਟਰ ਵੈਦਿਕ ਏਜ ਦੇ ਵਿੱਚ ਜੋ ਹਿੰਦੂ ਰਿਚੁਅਲ ਸੀਗੇ ਉਹਨਾਂ ਨੂੰ ਲੋਕ ਸੀ ਜਿਹੜੇ ਉਹ ਨਾ ਪਸੰਦ ਕਰਨ ਲੱਗੇ ਕਿਉਂਕਿ ਉਹ ਬਹੁਤ ਔਖੇ ਬਣ ਚੁੱਕੇ ਸੀ। ਪਰ ਗੁਪਤ ਏਜ ਦੇ ਵਿੱਚ ਆ ਕੇ ਹਿੰਦੂ ਧਰਮ ਨੇ ਜਿਹੜੀ ਆਪਣੀ ਪਹਿਚਾਣ ਸੀ ਉਹ ਵਾਪਸ ਪਾ ਲਈ ਸੀ, ਠੀਕ ਹੈ। ਲਾਈਫ ਸਟਾਈਲ ਸੀ ਜਿਹੜਾ ਉਹ ਹੁਣ ਸੌਖਾ ਹੋ ਚੁੱਕਿਆ ਸੀ। ਹਿੰਦੂ ਧਰਮ ਦੀ ਪੁਨਰ ਜਾਗ੍ਰਿਤੀ, ਡਿਵੈਲਪਮੈਂਟ ਆਫ ਆਰਟ, ਕਲਾ ਦਾ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ। ਤਾਂ ਦੇਖਿਆ ਜਾਵੇ ਤਾਂ ਗੁਪਤ ਏਜ ਦੇ ਵਿੱਚ ਜੋ ਭਾਰਤ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਹਰ ਇੱਕ ਖੇਤਰ ਦੇ ਵਿੱਚ ਡਿਵੈਲਪਮੈਂਟ ਕੀਤੀ ਗਈ ਸੀ ਇਨੀਸ਼ੀਅਲ ਰੂਲਰਸ ਵੱਲੋਂ। ਇਸ ਕਰਕੇ ਉਹ ਏਜ ਨੂੰ, ਗੁਪਤ ਏਜ ਨੂੰ ਗੋਲਡਨ ਏਜ ਕਿਹਾ ਜਾਂਦਾ ਹੈਗਾ। ਸੋ ਇਹ ਸੀ ਆਪਣੀ ਹਿਸਟਰੀ ਗੁਪਤ ਏਜ ਦੇ ਰਿਲੇਟਡ। ਇਫ ਯੂ ਲਾਈਕ ਮਾਈ ਕੰਟੈਂਟ ਐਂਡ ਐਫਰਟਸ, please like and subscribe my channel. Thank you.